ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਕਲਾਸ 9th ਦੇ ਵਾਰਤਕ ਦਾ ਪਹਿਲਾ ਚੈਪਟਰ ਵਹਿਮੀ ਤਾਇਆ ਪੜ੍ਹਨਗੇ ਅਤੇ ਇਹ ਸੂਬਾ ਸਿੰਘ ਦੀ ਕਹਾਣੀ ਹੈ ਜੋ ਥੋੜ੍ਹੀ ਜਿਹੀ ਲੌਂਗ ਤਾਂ ਹੈ ਪਰ ਬਹੁਤ ਅੱਛੀ ਹੈ। ਇਹ ਕਹਾਣੀ ਬਹੁਤ ਚੰਗੀ ਹੈ। ਇਹ ਇੱਕ ਵਹਿਮੀ ਤਾਇਆ ਦੇ ਬਾਰੇ ਵਿੱਚ ਹੈ ਜੋ ਹਰ ਚੀਜ਼ ਤੋਂ ਵਹਿਮ ਕਰਦਾ ਅਤੇ ਉਹਦੀ ਕਹਾਣੀ ਅਸੀਂ ਅੱਗੇ ਪੜ੍ਹਨਗੇ। ਪਹਿਲਾਂ ਅਸੀਂ ਸੂਬਾ ਸਿੰਘ ਦੇ ਬਾਰੇ ਉਹਨਾਂ ਦੀ ਸ਼ਖਸੀਅਤ ਅਤੇ ਰਚਨਾ ਬਾਰੇ ਪੜ੍ਹਨਗੇ। ਅਤੇ ਇਹ ਵਾਰਤਕ ਭਾਗ ਸੂਬਾ ਸਿੰਘ ਸ਼ਖਸੀਅਤ ਅਤੇ ਰਚਨਾ ਹੈ। ਸੂਬਾ ਸਿੰਘ ਦਾ ਜਨਮ 1912 ਈਸਵੀ ਵਿੱਚ ਪਿੰਡ ਉਦੋਂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸੁਰਾਮ ਸਿੰਘ ਦੇ ਘਰ ਹੋਇਆ। ਸੂਬਾ ਸਿੰਘ ਨੇ MA ਹਿਸਾਬ ਦੀ ਕੀਤੀ, ਫਿਰ ਫੌਜ ਵਿੱਚ ਭਰਤੀ ਹੋ ਗਏ। ਦੂਜੇ ਸੰਸਾਰ ਯੁੱਧ ਵਿੱਚ ਜਾਪਾਨੀਆਂ ਦੀ ਕੈਦ ਕੱਟੀ। ਸੂਬਾ ਸਿੰਘ ਕੁਝ ਸਮਾਂ ਸਿੰਗਾਪੁਰ ਅਤੇ ਸੁਲਤਾਨਪੁਰ ਦੀਆਂ ਜੇਲ੍ਹਾਂ ਵਿੱਚ ਕੈਦ ਵੀ ਰਹੇ। ਆਪ ਨੇ ਸਾਹਿਤਕ ਸਫ਼ਰ ਪੱਤਰਕਾਰੀ ਤੋਂ ਆਰੰਭ ਕੀਤਾ, ਅਖਬਾਰਾਂ ਦੀ ਸੰਪਾਦਕੀ ਕੀਤੀ ਅਤੇ ਫਿਰ ਲੋਕ ਸੰਪਰਕ ਵਿਭਾਗ ਦੇ ਅਧਿਕਾਰੀ ਰਹੇ। ਇਸ ਪਿੱਛੋਂ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਉਂਤ ਦੇ ਵਿਕਾਸ ਵਿਭਾਗ ਦੇ ਡਾਇਰੈਕਟਰੇਟ, ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਦੇ ਡਾਇਰੈਕਟਰ ਅਤੇ ਪੰਜਾਬ ਸੰਕੇਤਕ ਵਿੱਚ ਪ੍ਰੈਸ ਸਕੱਤਰ ਰਹੇ। ਸੂਬਾ ਸਿੰਘ ਹਾਸ ਵਿਅੰਗ ਦਾ ਲੇਖਕ ਕਰਕੇ ਜਾਣੇ ਜਾਂਦੇ ਹਨ। ਅਤੀ ਗੰਭੀਰ ਗੱਲ ਨੂੰ ਹਾਸੀ ਸੁਰ ਵਿੱਚ ਪੇਸ਼ ਕਰ ਸਕਦੇ ਹਨ ਅਤੇ ਹਾਸੇ ਵਾਲੀ ਗੱਲ ਨੂੰ ਅਤੀ ਗੰਭੀਰ ਸੁਣ ਸਕਦੇ ਹਨ। ਸੂਬਾ ਸਿੰਘ ਦੀ ਇਹ ਸ਼ਖਸੀਅਤ ਸੀਗੀ ਅਤੇ ਉਹ ਗੰਭੀਰ ਖਬਰਾਂ ਨੂੰ ਖੁਸ਼ੀ ਦੀ ਖਬਰਾਂ ਬਣਾ ਦਿੰਦੇ ਅਤੇ ਖੁਸ਼ੀਆਂ ਦੀਆਂ ਖਬਰਾਂ ਗੰਭੀਰ ਰੂਪ ਤੋਂ ਬਤਾ ਦਿੰਦੇ ਸੀਗੇ ਅਤੇ ਇਉਂ ਪਾਠਕ ਉਹਨਾਂ ਦੀ ਰਚਨਾ ਨੂੰ ਸਵਾਲ ਲੈ ਕੇ ਪੜ੍ਹਦਾ ਹੈ। ਕਵਿਤਾ ਦੇ ਖੇਤਰ ਵਿੱਚ ਹੀਰ ਸੂਬਾ ਸਿੰਘ ਬਹੁਤ ਮਕਬੂਲ ਹੋਏ। ਅਲੋਪ ਹੋ ਰਹੇ ਚੇਟਕ, ਗਲਤੀਆਂ, ਅੱਗ ਤੇ ਪਾਣੀ, ਤੋਪਾਂ, ਪਰਛਾਵੀਆਂ, ਖਲਿਓ ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਹਨ। ਅਤੇ ਇਹ ਸ਼ਖਸੀਅਤ ਅਤੇ ਰਚਨਾ ਵਿੱਚ ਸੂਬਾ ਸਿੰਘ ਦੀ ਉਹਨਾਂ ਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ 1912 ਵਿੱਚ। ਉਹਨਾਂ ਨੇ MA ਹਿਸਾਬ ਦੀ ਕੀਤੀ, ਫਿਰ ਉਹ ਫੌਜ ਤੋਂ ਭਰਤੀ ਹੋ ਗਏ ਅਤੇ ਉਹਨਾਂ ਦੀ ਕੁਝ ਪੁਸਤਕਾਂ ਸੀਗੀਆਂ ਅਤੇ ਉਹਨਾਂ ਦੀ ਪੁਸਤਕਾਂ ਅੱਗ ਤੇ ਪਾਣੀ, ਤੋਪਾਂ, ਪਰਛਾਉਣਾ, ਗਲਤੀਆਂ ਆਦਿ ਸੀਗੀਆਂ। ਉਹਨਾਂ ਨੇ ਜੇਲ੍ਹ ਵਿੱਚ ਵੀ ਕੈਦ ਰਹੇ ਅਤੇ ਇਹ ਸਾਰੀਆਂ ਉਹਨਾਂ ਦੀਆਂ ਇੰਟਰੋਡਕਸ਼ਨ ਦਿੱਤਾ ਹੋਇਆ ਹੈ। ਅਤੇ ਹੁਣ ਅਸੀਂ ਵਹਿਮੀ ਤਾਇਆ ਪੜ੍ਹਨਗੇ। ਵਹਿਮੀ ਤਾਇਆ ਮਨਸਾ ਰਾਮ ਨੂੰ ਸਾਰਾ ਮੁਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੰਡ ਵਿੱਚੋਂ ਆਖਦਾ ਵੀ ਹੈ। ਮਨਸਾ ਰਾਮ ਨੂੰ ਸਾਰਾ ਮੁਹੱਲਾ ਵਹਿਮੀ ਤਾਇਆ ਸਮਝਦਾ ਅਤੇ ਪਿੰਡ ਪਿੱਛੋਂ ਆਖਦਾ ਵੀ ਹੈ। ਮੁਹੱਲੇ ਵਾਲਿਆਂ ਦਾ ਇਹਦੇ ਵਿੱਚ ਕਸੂਰ ਵੀ ਕੋਈ ਨਹੀਂ ਹੈ। ਵਹਿਮ ਕੋਟਵਾੜ ਤੋਂ ਵੀ ਤਾਏ ਮਨਸਾ ਰਾਮ ਨੂੰ ਉੱਡ ਤੇ ਚਿੰਬੜਦਾ ਹੈ। ਅਸਲ ਗੱਲ ਤਾਂ ਇਹ ਹੈ ਕਿ ਤਾਏ ਨੂੰ ਵੀ ਵਹਿਮਾਂ ਨਾਲ ਸ਼ੁਰੂ ਤੋਂ ਇਸ਼ਕਤਾ ਹੱਦ ਤੱਕ ਪੁੱਜਿਆ ਹੋਇਆ ਸਨੇਹ ਰਿਹਾ ਹੈ। ਉਸਨੇ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਨਿਭਾਈ ਹੈ। ਅਤੇ ਜੋ ਮਨਸਾ ਰਾਮ ਸੀ ਉਹ ਬਹੁਤ ਵਹਿਮੀ ਆਦਮੀ ਸੀਗਾ ਅਤੇ ਉਹਨੂੰ ਸਾਰਾ ਮੁਹੱਲਾ ਵਹਿਮੀ ਤਾਇਆ ਦੇ ਨਾਮ ਤੋਂ ਬੁਲਾਉਂਦਾ ਸੀ। ਜਿਹੜਾ ਵੀ ਵਹਿਮ ਆਇਆ ਉਹਨੂੰ ਜਿਉਂ ਆਇਆ ਨੂੰ ਆਖੀਆਂ ਅਤੇ ਗੱਲ ਨਾਲ ਲਾ ਕੇ ਰੱਖੀਆਂ, ਮਜਾਲ ਕਿ ਉਹਨੂੰ ਥੋੜ੍ਹੇ ਕਿਤੇ ਵਿਛੋੜੀਆਂ ਹੋਵੇ। ਮੈਨੂੰ ਯਾਦ ਹੈ ਜਦ ਮੈਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ, ਉਸ ਵੇਲੇ ਇਹ ਵਹਿਮ ਉਹਦਾ ਸਾਥੀ ਸੀ ਕਿ ਮੈਨੂੰ ਤਾਂ ਮਾੜੀ ਮਾੜੀ ਭਕ ਰਹਿੰਦੀ ਹੈ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਤਾਏ ਮਨਸਾ ਰਾਮ ਨੂੰ ਮਿਲਿਆ। ਇਹ ਕੌਣ ਕਹਿੰਦਾ? ਇਹ ਰਾਈਟਰ ਕਹਿੰਦੇ ਹੈ ਸੂਬਾ ਸਿੰਘ ਜੀ। ਤਾਂ ਉਹ ਕਹਿੰਦੇ ਹੈ ਜੋ ਮਨਸਾ ਰਾਮ ਸੀਗਾ ਉਹਨੂੰ ਭਕ ਹੁੰਦਾ ਹੈ ਬੁਖਾਰ। ਉਸਕੋ ਜਬ ਦੇਖੋ ਇਹੀ ਵਹਿਮ ਰਹਿੰਦਾ ਸੀਗਾ ਕਿ ਮੈਨੂੰ ਤਾਂ ਬਹੁਤ ਤੇਜ਼ ਬੁਖਾਰ ਆ ਰਿਹਾ ਹੈ। ਅਤੇ ਤਾਈ ਹੱਟੀ ਵਿੱਚ ਬੈਠਾ ਸੀ। ਮੈਂ ਅੰਦਰ ਲੰਘਿਆ ਤਾਂ ਵੇਖਦਾ ਕਿ ਹਾਂ, ਉਹਦੇ ਸੱਜੇ ਹੱਥ ਦੀਆਂ ਉਂਗਲੀਆਂ ਦੇ ਪੋਟੇ ਖੱਬੇ ਹੱਥ ਦੀ ਨਬਜ਼ ਉੱਪਰ ਸਨ ਅਤੇ ਮੂੰਹ ਵਿੱਚ
ਥਰਮਾਮੀਟਰ ਨਾਪਿਆ ਹੋਇਆ ਸੀ। ਉਹਨੇ ਬਹੁਤਾ ਬਰੂ ਖਾ ਜਾਣ ਵਾਲੇ ਵਹਿਕੜੇ ਦੀਆਂ ਨਜ਼ਰਾਂ ਨਾਲ ਤੱਕਿਆ, ਨਬਜ਼ ਤੋਂ ਪਹਿਲਾਂ ਉਂਗਲੀਆਂ ਚੁੱਕੀਆਂ ਤੇ ਫਿਰ ਮੂੰਹ ਵਿੱਚੋਂ ਥਰਮਾਮੀਟਰ ਕੱਢ ਕੇ ਸਾਹਮਣੇ ਪਏ ਕਲਮਦਾਨ ਉੱਪਰ ਟਿਕਾਇਆ ਤਾਂ ਕਹਿਣ ਲੱਗਾ, ਮੈਨੂੰ ਸੋਰੀ ਬੁਖਾਰ ਨਹੀਂ ਛੱਡਦੀ। ਮਤਲਬ ਮੈਨੂੰ ਬਹੁਤ ਤੇਜ਼ ਬੁਖਾਰ ਹੀ ਨਹੀਂ ਛੱਡਦਾ। ਬਥੇਰਾ ਉਖੜ ਪੋਗੜ ਕੀਤਾ ਏ, ਪਰ ਇਹ ਖਹਿੜਾ ਨਹੀਂ ਛੱਡਦੀ। ਇਹ ਆਖਣ ਪਿੱਛੋਂ ਉਹਨੇ ਪੱਠੀਆਂ ਵਿੱਚ ਵਾਲਾਂ ਦਾ ਗੁੱਛਾ ਖਾ ਜਾਣ ਵਾਲੀ ਗਾਂ ਵਾਂਗ ਘੁੰਮਣਾ ਆਰੰਭ ਕੀਤਾ, ਐਨੇ ਜ਼ੋਰ ਨਾਲ ਕਿ ਅੱਖੀਆਂ ਵਿੱਚ ਗਲੇਂਡੂ ਆ ਗਏ। ਗਲੇਂਡੂ ਮਤਲਬ ਹੁੰਦਾ ਹੈ ਹੰਝੂ, ਹੰਝੂ ਮਤਲਬ ਆਂਸੂ। ਮੈਂ ਹਮਦਰਦੀ ਨਾਲ ਤਾਏ ਦੀ ਖੱਬੇ ਹੱਥ ਦੀ ਨਬਜ਼ 'ਤੇ ਹੱਥ ਰੱਖਿਆ। ਭੱਕ ਕੋਈ ਨਹੀਂ ਸੀ। ਅਤੇ ਜੋ ਰਾਈਟਰ ਕਹਿੰਦੇ ਆ, ਮੈਂ ਮਨਸਾ ਰਾਮ ਦੇ ਹੱਥ ਦੀ ਨਬਜ਼ ਪਕੜੀ ਤਾਂ ਮੈਂ ਵੇਖਿਆ ਬੁਖਾਰ ਉਹਨੂੰ ਜ਼ਰਾ ਸਾ ਵੀ ਨਹੀਂ ਸੀਗਾ। ਅਤੇ ਤਾਇਆ ਜੀ ਭੱਕ ਤਾਂ ਕੋਈ ਨਹੀਂ, ਐਵੇਂ ਵਹਿਮ ਲਾਇਆ ਜੇ। ਕਦੇ ਠੰਡੇ ਪਿੰਡੇ ਵੀ ਤਾਪ ਚੜਿਆ। ਤਾਇਆ ਇਹ ਸੁਣ ਕੇ ਗੁੱਸੇ ਨਾਲ ਕੁੜਕਿਆ। ਉਹ ਹੁਣ ਆ ਗਿਆ। ਹੁਣ ਤੂੰ ਵੱਡਾ ਹਕੀਮ ਕਰਤਾਰ ਚੰਦ ਦਾ ਚੇਲਾ। ਇੱਥੇ ਵੱਡੇ ਵੱਡੇ ਧਨਤਾਰ ਹਾਰ ਗਏ ਤੇ ਕਿਹੜੀਆਂ 'ਚ ਕੋਈ ਵਹਿਮ ਤੈਨੂੰ ਹੈ? ਮੈਨੂੰ ਨਹੀਂ, ਮੈਨੂੰ ਤਾਂ ਭੱਕ ਹੈ। ਤੇ ਮਨਸਾ ਰਾਮ ਇਹ ਕਹਿੰਦਾ ਹੈ ਕਿ ਮੈਨੂੰ ਕੋਈ ਵਹਿਮ ਨਹੀਂ ਹੈ, ਮੈਨੂੰ ਤਾਂ ਬਹੁਤ ਤੇਜ਼ ਬੁਖਾਰ ਹੀ ਰਹਿੰਦਾ ਹੈ, ਜਦੋਂ ਉਹਨੂੰ ਬੁਖਾਰ ਰਹਿੰਦਾ ਹੀ ਨਹੀਂ ਹੈ। ਪਰ ਮਨਸਾ ਰਾਮ ਦੇ ਮਨ ਵਿੱਚ ਇਹ ਬੈਠਿਆ ਹੋਇਆ ਹੈ ਕਿ ਉਸਨੂੰ ਬਹੁਤ ਤੇਜ਼ ਭੱਕ ਹੈ, ਯਾਨੀ ਬੁਖਾਰ ਹੈ। ਇਹ ਆਖਦਿਆਂ ਤਾਏ ਮਨਸਾ ਰਾਮ ਨੇ ਥਰਮਾਮੀਟਰ ਮੂੰਹ ਵਿੱਚ ਤੇ ਸੱਜੇ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ਼ 'ਤੇ ਰੱਖੀਆਂ। ਉਹ ਜੋ ਮਨਸਾ ਰਾਮ ਸੀ, ਉਹ ਮੂੰਹ ਵਿੱਚ ਥਰਮਾਮੀਟਰ ਲਾ ਲੈਂਦਾ ਤੇ ਆਪਣਾ ਸੱਜਾ ਹੱਥ ਦੀਆਂ ਉਂਗਲੀਆਂ ਖੱਬੇ ਹੱਥ ਦੀ ਨਬਜ਼ ਉੱਤੇ ਰੱਖ ਲੈਂਦਾ। ਮੇਰਾ ਅੱਗਾ ਗੱਲ ਤੋਰਨ ਦਾ ਹੌਸਲਾ ਨਾ ਪਿਆ, ਕਿਉਂਕਿ ਕਿਸੇ ਸਿਆਣੇ ਨੇ ਆਖਿਆ ਹੈ, ਵਹਿਮੀਆਂ ਨਾਲ ਮੁਕਾਬਲਾ ਅਕਲ ਬੋਲ ਕਰੈਣ। ਇਸ ਦਾ ਮਤਲਬ ਹੈ ਵਹਿਮੀ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰੋ, ਪਰ ਉਹ ਆਪਣੇ ਵਹਿਮਾਂ ਭਰਮਾਂ ਨੂੰ ਛੱਡਣ ਲਈ ਕਦੀ ਵੀ ਰਾਜ਼ੀ ਨਹੀਂ ਹੁੰਦੇ। ਅਕਲਮੰਦ ਬੰਦਾ ਭਾਵੇਂ ਵਹਿਮੀਆਂ ਨੂੰ ਜਿੰਨੀਆਂ ਮਰਜ਼ੀ ਦਲੀਲਾਂ ਦੇਵੇ, ਪਰ ਉਹ ਟਸ ਤੋਂ ਮਸ ਨਹੀਂ ਹੋਵੇਗਾ। ਇਸ ਕਰਕੇ ਹੀ ਉਪਰੋਕਤ ਕਥਨ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਅਕਲਮੰਦ ਲੋਕ ਵਹਿਮਾਂ ਨਾਲ ਮੁਕਾਬਲਾ ਭੁੱਲ ਕੇ ਨਾ ਕਰਨ। ਕੋਈ 5 ਸਾਲ ਲਈ ਕਈ ਦਰਜਨਾਂ ਥਰਮਾਮੀਟਰ ਭੰਨਣ ਪਿੱਛੋਂ ਤਾਏ ਮਨਸਾ ਰਾਮ ਦਾ ਇਹ ਵਹਿਮ ਤਾਂ ਲੱਖਾਂ ਪਰ ਕਈ ਹੋਰ ਨਾ ਚੰਬੜੇ। ਕਈ ਮਹੀਨੇ ਇਸ ਵਹਿਮ ਦਾ ਰਾਜ ਰਿਹਾ ਕਿ ਬਿਮਾਰੀ ਦੇ ਕੀਟਾਣੂ ਹਰ ਇੱਕ ਦੇ ਸਰੀਰ ਨਾਲ ਜੁੜੇ ਰਹਿੰਦੇ ਹਨ। ਮਨਸਾ ਰਾਮ ਦੇ ਮਨ ਵਿੱਚ ਇਹ ਕਈ ਮਹੀਨੇ ਤੱਕ ਰਿਹਾ ਕਿ ਕਿਸੇ ਵੀ ਬਿਮਾਰੀ ਦਾ ਕੀਟਾਣੂ ਹਰ ਦੇ ਸਰੀਰ ਨਾਲ ਜੁੜ ਜਾਂਦਾ ਹੈ। ਅਤੇ ਤਾਈ ਮਨਸਾ ਰਾਮ ਨੇ ਜਦੋਂ ਕਿਸੇ ਨਾਲ ਮਨ ਕਸਾਂਦੇ ਨੇ ਹੱਥ ਮਿਲਾ ਲੈਣਾ ਤੇ ਕੀਟਾਣੂ ਝਾੜਨ ਲਈ ਅੱਧਾ ਘੰਟਾ ਸਾਬਣ ਮਲ ਕੇ ਹੱਥ ਧੋਣੇ। ਜੋ ਮਨਸਾ ਰਾਮ ਸੀਗਾ, ਉਹ ਜਦੋਂ ਵੀ ਉਹਦੇ ਨਾਲ ਕੋਈ ਹੱਥ ਮਿਲਾਉਂਦਾ ਸੀ ਤੇ ਉਹ ਅੱਧਾ ਘੰਟਾ ਸਾਬੁਣ ਤੋਂ ਆਪਣੇ ਹੱਥ ਧੋਂਦਾ ਸੀ, ਤਾਂ ਕਿ ਉਸਨੂੰ ਕੀਟਾਣੂ ਨਾ ਆ ਸਕੇ। ਜੇ ਕਿਸੇ ਮਿਲਣ ਵਾਲੇ ਨੇ ਚਾਰਪਾਈ ਜਾਂ ਕੁਰਸੀ ਉੱਪਰ ਬੈਠ ਕੇ ਚਲੇ ਜਾਣਾ, ਮਨਸਾ ਰਾਮ ਨੇ ਹਾਰ ਤੇਰੇ ਦੀ ਆਖਣਾ ਤੇ ਵਿਛੀ ਹੋਈ ਚਾਦਰ ਨੂੰ ਗਰਮ ਪਾਣੀ ਵਿੱਚ ਸੁੱਟ ਕੇ ਧੋਣਾ, ਚਾਰਪਾਈ ਨੂੰ ਧੁੱਪੇ ਰੱਖ ਕੇ ਸੋਟੇ ਨਾਲ ਝਾੜਨਾ ਤੇ ਨਾਲ ਬੁੜਬੁੜਾਈ ਜਾਣਾ। ਆ ਗਏ ਤਾਏ ਮਨਸਾ ਰਾਮ ਦੇ ਵੱਡੇ ਮੁਕਾਲਾਤੀ। ਬਾਹਾਂ ਆਕੜੀਆਂ ਹੋਈਆਂ ਸੀ। ਤਾਏ ਮਨਸਾ ਰਾਮ ਦੀਆਂ ਇਹਨਾਂ ਦੇ ਮਿਲਣ ਬਿਨਾਂ ਬਿਮਾਰੀਆਂ ਦੇ ਕੀਟਾਣੂ ਇੱਥੇ ਝਾੜ ਕੇ ਤੁਰਦੇ ਹੋਏ। ਤਾਂ ਇਸ ਪੈਰੇ ਵਿੱਚ ਮਨਸਾ ਰਾਮ ਦੇ ਬਾਰੇ ਵਿੱਚ ਇਹ ਬਤਾਇਆ ਗਿਆ ਹੈ, ਜਦੋਂ ਵੀ ਮਨਸਾ ਰਾਮ ਕਿਸੇ ਦੂਜਿਆਂ ਬੰਦਿਆਂ ਨਾਲ ਬੈਠਦਾ ਸੀ, ਮਿਲਦਾ ਸੀ ਜਾਂ ਹੱਥ ਮਿਲਾਉਂਦਾ ਸੀ, ਤਾਂ ਉਹਨੂੰ ਇੰਨਾ ਜ਼ਿਆਦਾ ਉਹ ਰਹਿੰਦਾ ਸੀ ਕਿ ਮੈਨੂੰ ਕੀਟਾਣੂ ਨਾ ਆ ਜਾਵੇ, ਮੈਂ ਬਿਮਾਰ ਨਾ ਹੋ ਜਾਊਂ। ਅਤੇ ਮੈਨੂੰ ਉਹ ਬਹੁਤ ਗੁੱਸਾ ਹੋ ਜਾਂਦਾ ਸੀਗਾ ਜਦੋਂ ਉਹਦੇ ਪਾਸ ਕੋਈ ਆ ਕੇ ਬੈਠ ਜਾਏ ਅਤੇ ਉਹਦੇ ਨਾਲ ਹੱਥ ਮਿਲਾਏ ਤਾਂ ਉਹ ਬੁੜਬੁੜਾਈ ਜਾਂਦਾ ਸੀਗਾ ਅਤੇ ਕਹਿੰਦਾ, ਇਹ ਕੀਟਾਣੂ ਤਾਂ ਮੈਨੂੰ ਛੱਡਦੇ ਹੀ ਨਹੀਂ,
ਦਿਨ ਤਾਏ ਮਨਸਾ ਰਾਮ ਕੋਲ ਗੁਆਂਢੀਆਂ ਦਾ ਇੱਕ ਜਵਾਕ ਖੇਡ ਰਿਹਾ ਸੀ। ਉਹਦੇ ਇੱਕ ਮੁਲਾਕਾਤੀ ਨੇ ਇਹ ਸਮਝ ਕੇ ਸ਼ਾਇਦ ਮਨਸਾ ਰਾਮ ਦਾ ਪੋਤਾ ਭਤੀਜਾ ਹੋਵੇਗਾ, ਪਿਆਰ ਨਾਲ ਉਸਦਾ ਮੂੰਹ ਚੁੰਮ ਲਿਆ। ਤਾਏ ਮਨਸਾ ਰਾਮ ਨੂੰ ਇਹ ਵੇਖ ਹੱਥਾਂ ਪੈਰਾਂ ਦੀ ਪੈ ਗਈ। ਮੁੰਡੇ ਦੇ ਸਰੀਰ ਵਿੱਚ ਤਾਂ ਬਿਮਾਰੀ ਤੇ ਕੀਟਾਣੂ ਦਾਖਲ ਹੋ ਗਏ। ਇੱਕ ਵਾਰ ਦੀ ਗੱਲ ਹੈ, ਮਨਸਾ ਰਾਮ ਦਾ ਗੁਆਂਢੀ ਸੀਗਾ, ਉਹਨਾਂ ਦਾ ਇੱਕ ਲੜਕਾ ਖੇਲ ਰਿਹਾ ਸੀ ਅਤੇ ਮਨਸਾ ਰਾਮ ਦਾ ਕੋਈ ਰਿਸ਼ਤੇਦਾਰ ਉਹਦਾ ਮੁਲਾਕਾਤੀ ਆ ਗਿਆ ਅਤੇ ਉਹ ਸੋਚਿਆ ਕਿ ਮਨਸਾ ਰਾਮ ਦਾ ਕੋਈ ਪੋਤਾ ਅਤੇ ਭਤੀਜਾ ਹੋਵੇਗਾ। ਤਾਂ ਜੋ ਮੁਲਾਕਾਤੀ ਆਇਆ ਸੀਗਾ ਉਹਨੇ ਬੱਚੇ ਨੂੰ ਚੁੰਮ ਲਿਆ ਅਤੇ ਮਨਸਾ ਰਾਮ ਇਹ ਵੇਖ ਕੇ ਉਸ ਬੱਚੇ ਦੇ ਸਰੀਰ ਦੇ ਵਿੱਚ ਬਿਮਾਰੀ ਦੇ ਕੀਟਾਣੂ ਦਾਖਲ ਨਾ ਹੋ ਸਕਣ, ਇਸ ਲਈ ਉਸਨੇ ਸਾਬਣ ਫੜਿਆ, ਮੁੰਡੇ ਨੂੰ ਕੱਛ ਵਿੱਚ ਨੱਪ ਕੇ ਜੋ ਲੱਗਾ ਉਹਦੇ ਮੂੰਹ ਨੂੰ ਰਗੜਨ ਲਈ। ਪੁੱਛੇ ਕੁਛ ਨਾ, ਉਹ ਮੁੰਡਾ ਚਿਲਚਿਲਾਏ, ਫੜਫੜੇ, ਚਾਂਗਰਾ ਮਾਰੇ, ਪਰ ਤਾਇਆ ਮਨਸਾ ਰਾਮ ਕੀਟਾਣੂਆਂ ਨੂੰ ਕਿਵੇਂ ਸਕਿਆ ਜਾਣ ਦਿੰਦਾ। ਉਹਨੇ ਬੱਚੇ ਦਾ ਇਹ ਬੁਰਾ ਹਾਲ ਕਰ ਦਿੱਤਾ। ਕੀਟਾਣੂ ਮਿਟਾਉਣ ਲਈ ਉਹਦਾ ਮੂੰਹ ਰਗੜ ਦਿੱਤਾ। ਉਹ ਬੱਚਾ ਇੰਨਾ ਚਿਲਾਇਆ ਜਾਂਦਾ, ਫੜਫੜਾ ਰਿਹਾ, ਪਰ ਤਾਏ ਮਨਸਾ ਰਾਮ ਨੂੰ ਤਾਂ ਇਹੀ ਮੱਤ ਮਾਰੀ ਹੋਈ ਸੀਗੀ ਕਿ ਇਸਦੇ ਕੀਟਾਣੂ ਨਿਕਾਲਣੇ ਹੈ ਅਤੇ ਉਹਨੇ ਗੜੋੜ ਦੇ ਗੱਲਾਂ ਅਤੇ ਕੰਨਾਂ 'ਚੋਂ ਲਹੂ ਕੱਢ ਦਿਆ। ਉਹਨੇ ਬੱਚੇ ਦੇ ਕੰਨ ਵਿੱਚੋਂ ਖੂਨ ਨਿਕਾਲ ਦਿਆ ਉਹਨਾਂ ਦੇ ਕੀਟਾਣੂ ਨਿਕਾਲਣ ਲਈ। ਬੱਚੇ ਦੇ ਤਾਏ ਚਾਚਾ ਚਾਂਗਰਾ ਸੁਣ ਤੇ ਲਾਠੀਆਂ ਚੁੱਕੀ ਨੱਸੇ ਆਏ ਅਤੇ ਮੁੰਡੇ ਨੂੰ ਤਾਏ ਮਨਸਾ ਰਾਮ ਨੂੰ ਕੀਟਾਣੂ ਨਾਸ਼ਕ ਮੁਹਿੰਮ ਤੋਂ ਬਚਾਇਆ। ਉਹਨੂੰ ਤਾਏ ਮਨਸਾ ਰਾਮ ਨੂੰ ਵਹਿਮੀ ਹੋਣ ਬਾਰੇ ਪਤਾ ਨਾ ਹੁੰਦਾ ਤਾਂ ਉਹ ਤਾਏ ਦੀ ਕਪਾਲ ਕਿਰਿਆ ਕਰਕੇ ਹੀ ਵਾਪਸ ਮੁੜਦੇ। ਫਿਰ ਜੋ ਮਨਸਾ ਰਾਮ ਜੀ ਦੀ ਜੋ ਕਪਾਲ ਕਿਰਿਆ ਯਾਨੀ ਕਿ ਉਸਦੀ ਜੋ ਕੁਟਾਈ ਹੋਈ ਉਸ ਬੱਚੇ ਦੇ ਤਾਏ ਚਾਚੇ ਵੱਲੋਂ, ਅਤੇ ਉਹਨਾਂ ਨੇ ਬਹੁਤ ਲਾਠੀਆਂ ਤੋਂ ਮਨਸਾ ਰਾਮ ਨੂੰ ਕੁੱਟਿਆ ਅਤੇ ਤਾਈ ਕਈ ਦਿਨ ਇਹ ਰਿਹਾੜ ਕਹਿੰਦਾ, ਵੇਖੋ ਜੀ ਅੱਜ ਕੱਲ੍ਹ ਪੱਲੇ ਦਾ ਜ਼ਮਾਨਾ ਨਹੀਂ, ਨਾਲੇ ਕਿਸੇ ਦੇ ਜਵਾਕ ਦਾ ਜਰਾਸੀਆਂ ਤੋਂ ਬਚਾਓ, ਨਾਲੇ ਉਹਦੇ ਪਿਓ ਕੋਲੋਂ ਲਾਠੀਆਂ ਖਾਓ। ਤਾਂ ਤਾਈ ਮਨਸਾ ਕਹਿੰਦਾ ਹੈ ਕਿ ਜੇ ਤਾਂ ਦੂਜਿਆਂ ਦੇ ਬੱਚਿਆਂ ਨੂੰ ਬਚਾਓ ਅਤੇ ਦੂਜਿਆਂ ਉਹਨਾਂ ਦੀ ਲਾਠੀਆਂ ਵੀ ਖਾਓ। ਇਸ ਵਾਕਿਆ ਨਾਲ ਕੀਟਾਣੂ ਦਾ ਵਹਿਮ ਕੁਛ ਮੱਠਾ ਪੈ ਗਿਆ, ਪਰ ਨਵੇਂ ਵਹਿਮ ਲਾਉਣ ਦੇ ਤਜਰਬੇ ਕਾਹਨੂੰ ਰੁਕਦੇ ਸੀ। ਇੱਕ ਦਿਨ ਕਿਸ਼ਨੇ ਹਲਵਾਈ ਦੀ ਹੱਟੀ 'ਤੇ ਚਾਹ ਪੀਂਦਾ ਪਿਆ ਸੀ ਤਾਇਆ ਮਨਸਾ ਰਾਮ ਕਿ ਉਹਦਾ ਇੱਕ ਪੈਰ ਕੁੱਤੇ ਦੀ ਪੂੰਛ 'ਤੇ ਟਿਕ ਗਿਆ। ਉਹ ਚੌਂ ਕਰਦਾ ਨਸੀਆਂ ਦੇ ਜ਼ਰਾ ਹਟਵਾ ਜਾ ਕੇ ਭੌਂਕਣ ਲੱਗ ਪਿਆ। ਤਾਇਆ ਮਨਸਾ ਰਾਮ ਨੇ ਆਪਣੇ ਪੈਰ ਫੜ ਕੇ ਰੌਲਾ ਚੁੱਕ ਲਿਆ। ਇੱਕ ਵਾਰ ਦੀ ਗੱਲ ਹੈ, ਹਲਵਾਈ ਦੀ ਦੁਕਾਨ 'ਚ ਤਾਈ ਮਨਸਾ ਰਾਮ ਚਾਹ ਪੀਣ ਲਈ ਜਾਂਦਾ ਹੈ ਅਤੇ ਉਹਦੇ ਪੈਰ ਵਿੱਚ ਕੁੱਤੇ ਦਾ ਪੂੰਛ ਲੱਗ ਜਾਂਦੀ ਹੈ ਅਤੇ ਤਾਈ ਮਨਸਾ ਰਾਮ ਆਪਣੇ ਪੈਰ ਫੜ ਕੇ ਬਹੁਤ ਸ਼ੋਰ ਮਚਾਉਂਦਾ ਹੈ ਅਤੇ ਕਹਿੰਦਾ ਹੈ, ਲਓ ਕਰ ਗਿਆ ਜੇ ਕਰਾਂ। ਕਿਸਨਾ ਕਹਿੰਦਾ ਹੈ, ਤਾਇਆ ਮਨਸਾ ਰਾਮ ਕੁੱਤੇ ਨੇ ਤੈਨੂੰ ਦੰਦ ਤਾਂ ਨਹੀਂ ਲਾਇਆ। ਤਾਇਆ ਬੋਲਿਆ, ਵਾਹ ਵਾਹ ਕਿਸ਼ਨਿਆ ਵਾਹ, ਤੈਨੂੰ ਕੀ ਪਤਾ ਕੁੱਤਿਆਂ ਦਾ ਦੰਦ ਭਾਵੇਂ ਨਹੀਂ ਲਾਇਆ ਪਰ ਕਾਰਾ ਤਾਂ ਕਰ ਗਿਆ। ਅੱਜ ਕੱਲ੍ਹ ਦੇ ਕੁੱਤੇ ਦਾ ਦੰਦ ਲਾਇਆ ਬਗੈਰ ਵੰਡ ਜਾਂਦੇ ਹਨ। ਇਸ ਜਨੌਰ ਦੀ ਤਾਂ ਹਵਾੜ ਵੀ ਮਾੜੀ। ਤਾਏ ਮਨਸਾ ਰਾਮ ਨੇ ਚੌਂਦਾ ਟਿੱਕੇ ਵੱਖੀ ਵਿੱਚ ਲਵਾਏ ਅਤੇ ਉਹਨੂੰ ਵਹਿਮ ਹੋ ਗਿਆ ਕਿ ਹਰ ਕੁੱਤਾ ਉਹਨੂੰ ਵੱਢਣ ਲਈ ਫਿਰਦਾ ਹੈ। ਤਾਇਆ ਮਨਸਾ ਰਾਮ ਕਹਿੰਦਾ ਹੈ ਕਿ ਕੁੱਤੇ ਦਾ ਤੈਨੂੰ ਦੰਦ ਨਹੀਂ ਲਾਇਆ। ਉਹ ਕਹਿੰਦੇ, ਕੁੱਤੇ ਨੇ ਤਾਂ ਤੈਨੂੰ ਦੰਦ ਵੀ ਨਹੀਂ ਮਾਰਿਆ, ਫਿਰ ਤੂੰ ਇੰਨਾ ਚਿੱਲਾ ਕਿਉਂ ਰਿਹਾ ਹੈ। ਪਰ ਉਹ ਇਹ ਕਹਿੰਦਾ ਹੈ ਕਿ ਅੱਜ ਕੱਲ੍ਹ ਦੇ ਜੋ ਕੁੱਤੇ ਹੁੰਦੇ ਆ ਉਹ ਦੰਦ ਨਹੀਂ ਮਾਰਦੇ ਪਰ ਕਾਰਾ ਮਤਲਬ ਟੋਣਾ ਤਾਂ ਕਰ ਦਿੰਦੇ ਹਨ। ਇਸ ਲਈ ਕੋਈ ਸਾਲ ਭਰ ਉਹਦੀ ਇਹ ਹਾਲਤ ਰਹੀ ਕਿ ਮਾੜਾ ਮੋਟਾ ਨਜ਼ਰੇ ਪਿਆ ਨਹੀਂ ਅਤੇ ਤਾਏ ਮਨਸਾ ਰਾਮ ਨੇ ਉਹਦੇ ਤੋਂ ਬਚ ਕੇ ਨਿਕਲ ਜਾਣ ਲਈ ਹਰਮ ਚੌਕੜੀਆਂ ਭਰੀਆਂ ਨਹੀਂ। ਹਰਮ ਚੌਕੜੀਆਂ ਦਾ ਮਤਲਬ ਹੈ ਛਾਲਾਂ ਮਾਰ ਕੇ ਦੌੜ ਜਾਣਾ
ਤੇ ਮੈਨੂੰ ਪਤਾ ਨਹੀਂ ਤਾਏ ਮਨਸਾ ਰਾਮ ਨੂੰ ਇਸ ਵਹਿਮ ਦੇ ਅਜੇ ਵਿਛੋੜਾ ਦਿੱਤਾ ਕਿ ਨਹੀਂ, ਪਰ ਕੁਝ ਮਹੀਨੇ ਹੋਏ ਉਹਨੇ ਅੱਧੀ ਰਾਤ ਨੂੰ ਇੱਕ ਹੋਰ ਵਹਿਮ ਦੇ ਲੋਰ ਵਿੱਚ ਮੇਰਾ ਬੁਰਾ ਖਲੜ ਗਿਆ। ਛੇਤੀ ਚਾਰਾ ਕਰ ਲਓ ਨਹੀਂ ਤਾਂ ਮਨਸਾ ਰਾਮ ਤਾਂ ਗਿਆ। ਮੈਂ ਡਰ ਗਿਆ ਕਿਉਂਕਿ ਮੁੱਖ ਤਾਂ ਹੈ। ਮੁੱਖ ਹੁੰਦਾ ਤਾਂ ਅੱਧੀ ਰਾਤ ਤੇਰੇ ਕੋਲ ਦੋ ਬਣਾਉਣ ਆਉਣਾ ਸੀ। ਦੋ ਮਤਲਬ ਦਾਣੇ। ਆਹ ਦੇਖੋ ਗੋਡੇ ਦੀ ਚੱਪੜੀ। ਕੀ ਹੋਇਆ ਤਾਇਆ? ਖਾਸ ਗੱਲ ਤਾਂ ਮੈਨੂੰ ਜਾਪਦੀ ਨਹੀਂ। ਤਾਏ ਨੇ ਨਿਹੋਰੇ ਨਾਲ ਉੱਤਰ ਮੋੜਿਆ। ਖਾਸ ਗੱਲ ਕਿਉਂ ਨਹੀਂ? ਜਿੱਥੇ ਮੈਂ ਡਿੱਗਿਆ ਉੱਥੇ ਘੋੜਿਆਂ ਦੀ ਲਿੱਦ ਪਈ ਸੀ। ਜਿੱਦੇ ਮਨਸਾ ਰਾਮ ਗਿਰਿਆ ਸੀਗਾ ਉੱਥੋਂ ਘੋੜਿਆਂ ਦੀ ਲਿੱਦ ਪਈ ਹੋਈ ਸੀ। ਤੇ ਜੇ ਟਿੱਕਾ ਨਾ ਲੱਗਿਆ ਤਾਂ ਸਵੇਰ ਨੂੰ ਟੈਟਨਸ ਨਾਲ ਤਾਇਆ ਮਨਸਾ ਰਾਮ ਬੰਨੇ ਸਮਝ ਲੈ। ਸੌ ਬੂਹੋਂ ਖੜੀਏ ਬਥੇਰੀਆਂ ਬਾਂਗਾਂ ਮਾਰੀਆਂ, ਪਰ ਉਸ ਵੇਲੇ ਕੋਈ ਡਾਕਟਰ ਬੂਹਾਂ ਨਾਲ ਨਾ ਖਲੋ। ਆਖਰਕਾਰ ਇੱਕ ਮੰਚਲੇ ਡਾਕਟਰ ਨੇ ਹੌਸਲਾ ਕਰਕੇ ਦਰਵਾਜ਼ਾ ਖੋਲ੍ਹਿਆ। ਉਹਨੇ ਗੋਡੇ ਦੀ ਝਰੀਟ ਵੇਖੀ ਤੇ ਤਾਏ ਮਨਸਾ ਰਾਮ ਦੀ ਵੇਖਿਆ ਸੁਣੀ। ਇੱਕ ਮਿੰਨੀ ਜਿਹੀ ਮੁਸਕਣੀ ਨਾਲ ਉਹਨੇ ਸੂਆਂ ਤੱਤਾ ਕਰਕੇ ਖੋਭ ਦਿੱਤਾ। ਰਾਤ ਜਗਾਈ ਦੀ ਖੇਚਲ ਅਤੇ ਦਵਾਈ ਨੇ ਮਿਲ ਕੇ ਸੁੱਟ ਰੁਪਏ ਰਖਵਾ ਲਏ ਤਾਂ ਪਿੱਛੋਂ ਮੁੜਨ ਦਿੱਤਾ। ਤਾਇਆ ਮਨਸਾ ਰਾਮ ਨੂੰ ਇਹਨਾਂ ਤੋਂ ਇਲਾਵਾ ਲੱਗੇ ਹੋਏ ਨਿੱਕੇ ਮੋਟੇ ਵਹਿਮ ਦੀ ਗਿਣਤੀ ਦਾ ਅੰਤ ਨਹੀਂ। ਜੇ ਕਿਸੇ ਦਿਨ ਸੁਣ ਲਈ ਜਾਂ ਅਖਬਾਰ ਵਿੱਚ ਪੜ੍ਹ ਲਏ ਕਿ ਫਲਾਣੇ ਥਾਂ ਬੱਸਾਂ ਦੀ ਟੱਕਰ ਹੋ ਗਈ ਜਾਂ ਰੇਲਾਂ ਭਿੜ ਗਈਆਂ ਜਾਂ ਹਵਾਈ ਜਹਾਜ਼ ਡਿੱਗ ਪਿਆ ਤਾਂ ਉਹ ਫੌਰਨ ਮੱਥੇ ਹੱਥ ਮਾਰ ਕੇ ਕਹਿੰਦਾ, ਮੈਂ ਆਖਿਆ ਸੀ ਭਾਈ ਪਾਖੀਆਂ ਵਾਲਾ ਗੱਡਾ ਅੰਗਿਓ ਮਿਲਿਆ ਜੇ। ਨਾ ਜਾ ਹੁਣ ਪਤਾ ਨਹੀਂ ਸਾਡੇ ਪਿੰਡ ਦਾ ਫਲਾਣਾ ਆਦਮੀ ਬਚਿਆ ਕਿ ਨਹੀਂ। ਉਹਨੂੰ ਇਹ ਵਹਿਮ ਹੈ ਕਿ ਹਾਦਸਾ ਕਿਧਰੇ ਵੀ ਹੋਵੇ ਉਹਦੇ ਨਿਕਟ ਵਰਤਿਆ ਜਾਂ ਮੁਹੱਲੇਦਾਰਾਂ ਵਿੱਚ ਕੋਈ ਜੋ ਮਰਿਆ ਨਹੀਂ ਤਾਂ ਫੱਟੜ ਜ਼ਰੂਰ ਹੋਇਆ ਹੋਵੇਗਾ। ਉਹ ਸਰੀਰ ਦਾ ਤਗੜਾ ਹੈ, ਉਹਨੂੰ ਜ਼ਾਹਰਾਂ ਕੋਈ ਰੋਗ ਨਹੀਂ, ਸੰਤਾਪ ਨਹੀਂ, ਜ਼ਮੀਨ ਹੈ, ਮਕਾਨ ਹੈ, ਭਰਾ ਹਨ, ਉਹਨਾਂ ਦੇ ਪੁੱਤਰੋਂ ਤਾਏ ਦੇ ਆਗਿਆਕਾਰੀ ਹਨ। ਪਰ ਜਦੋਂ ਪੁੱਛਿਆ ਤਾਈ ਮਨਸਾ ਰਾਮ ਕੀ ਹਾਲ ਚਾਲ ਨਾ, ਤਾਂ ਉਹ ਇੱਕ ਸਾਰੇ ਕਹਿੰਦਾ, ਪੁੱਜ ਕੁਛ ਨਾ, ਮੰਦੇ ਹਾਲ ਤੇ ਬੌਂਕੇ ਦਿਹਾੜੇ, ਨਾ ਗਰਮ ਚੀਜ਼ ਪਚਦੀ ਹੈ ਨਾ ਬਾਦੀ। ਜਦੋਂ ਵੀ ਤਾਇਆ ਮਨਸਾ ਰਾਮ ਨੂੰ ਕੁਝ ਵੀ ਪੁੱਛੋ ਕਿ ਤਾਇਆ ਮਨਸਾ ਰਾਮ ਤੇ ਤੁਹਾਡਾ ਕੀ ਹਾਲ ਚਾਲ ਨੇ, ਤਾਂ ਉਹ ਇਹ ਸਾਰੀਆਂ ਚੀਜ਼ਾਂ ਕਹਿੰਦਾ ਹਨ ਜੋ ਅਸੀਂ ਪੜ੍ਹ ਰਹੇ ਹਨ। ਸਿਰ ਨੂੰ ਚੱਕਰ ਆਉਂਦਾ ਵੀ, ਲੋਕ ਤੋਂ ਉੱਠਿਆ ਜਾਏ ਤਾਂ ਆਦਮੀ ਕੰਮ ਕਰੇ, ਅੱਖੀਆਂ 'ਚੋਂ ਸੇਕ ਨਿਕਲਦਾ ਏ, ਸਾਹ ਨਾਲ ਸਾਹ ਨਹੀਂ ਰਲਦਾ, ਨਾੜਾਂ ਵਿੱਚ ਜਿਵੇਂ ਕਿਸੇ ਨੇ ਸਿੱਕਾ ਡਾਲ ਛੱਡਿਆ ਏ, ਤੁਰਸਤੇ ਵਾਲੀ ਕਿੱਲਰ ਪਿਛਲਾ ਮਹੀਨਾ ਰੋਜ਼ ਮੋਲੀਆਂ ਬੱਧੀਆਂ, ਮਾਹ ਦੀ ਦਾਲ ਚੌਲਾਂ ਦਾ ਟੂਣਾ ਕੀਤਾ, ਮੰਝਾ ਫੇਰ ਦੁੱਧ ਨਹੀਂ ਲਾਉਂਦਾ। ਜੇ ਸੱਚੀ ਪੁੱਛੇ ਤਾਂ ਹਾਲ ਉਹ ਮਾੜਾ ਹੀ ਵੇ, ਪਰ ਚੰਗਾ ਹੀ ਕਿਵੇਂ ਆਖਾਂ। ਪਰਸੋਂ ਸਦੂਰੇ ਤਿਲਚੋਲੀ ਮੂੰਗੀ ਮਸਰਾਂ ਤੇ ਚਾਕੂ ਦਾ ਟੂਣਾ ਕੀਤਾ ਭਾਈ। ਪਿੰਡ ਤੋਂ ਪੱਲਾ ਟੱਲੇ, ਪਰ ਹੋਇਆ ਪਤਾ ਕੀ, ਟੂਣੇ ਲਾਗਿਓ ਇੱਕ ਹਾਲੀ ਲੰਘਿਆ, ਉਹਨੇ ਸਮਦੂਰ ਬਲਦਾਂ ਦੇ ਸਿੰਗਾਂ ਤੇ ਮਲ ਦਿੱਤਾ, ਦਾਲਾਂ ਦਾ ਢੱਕਾ ਮਾਰ ਲਿਆ, ਚਾਕੂ ਨੂੰ ਚਾਦਰ ਦੀ ਕੰਨੀ ਨਾਲ ਪੁੰਝ ਕੇ ਬੂਝੇ ਵਿੱਚ ਇਹ ਆਖਿਆ ਪਾ ਲਿਆ ਕਿ ਚਲੋ ਇਹਦੇ ਨਾਲ ਖਰਬੂਜੇ ਚੀਰੀਆਂ ਕਰਾਂਗੇ। ਹੁਣ ਤੁਸੀਂ ਦੱਸੋ ਤਾਇਆ ਮਨਸਾ ਰਾਮ ਵਹਿਮ ਕਰੇ ਕਿ ਨਾ? ਇੱਕ ਮਹੀਨਾ ਪਹਿਲੇ ਦੀ ਗੱਲ ਹੈ। ਤਾਇਆ ਮਨਸਾ ਰਾਮ ਨੇ ਸੁਣ ਲਿਆ ਕਿ ਇੱਕ ਬਹੁਤ ਵੱਡਾ ਆਦਮੀ ਦਿਲ ਦੀ ਹਰਕਤ ਬੰਦ ਹੋ ਜਾਣ ਨਾਲ ਮਰ ਗਿਆ। ਇਸ ਤੇ ਤਾਇਆ ਮਨਸਾ ਰਾਮ ਨੂੰ ਵਹਿਮ ਚੰਬੜ ਗਿਆ ਕਿ ਬਸ ਦਿਲ ਫੇਰ ਹੋਇਆ ਕੀ ਹੋਇਆ। ਮੇਰੇ ਕੋਲ ਆਇਆ, ਸੱਜੀ ਵੱਖੀ ਨੂੰ ਹੱਥ ਨਾਲ ਘੁੱਟਦਾ ਹੋਇਆ ਕਹਿ ਜਾਏ, ਦਿਲ ਧੜਕਦਾ ਨਹੀਂ ਜਾਪਦਾ। ਜਦੋਂ ਮਨਸਾ ਰਾਮ ਨੂੰ ਇਹ ਪਤਾ ਲੱਗਿਆ ਕਿ ਇੱਕ ਆਦਮੀ ਨੂੰ ਦਿਲ ਦਾ
ਦਿਲ ਵਿੱਚ ਹਰਕਤ ਹੋਣੀ ਬੰਦ ਹੋ ਗਈ ਹੈ ਤਾਂ ਉਹਨੂੰ ਇਹੀ ਵਹਿਮ ਪੈ ਗਿਆ ਕਿ ਸਭ ਮੇਰੀ ਵੀ ਦਿਲ ਦੀ ਧੜਕਣ ਬੰਦ ਹੋ ਗਈ ਹੈ। ਮੇਰਾ ਹਾਸਾ ਨਿਕਲ ਗਿਆ। ਤਾਇਆ ਮਨਸਾ ਰਾਮ, ਜੇ ਦਿਲ ਤਾਂ ਦੂਜੇ ਪਾਸੇ ਹੁੰਦਾ ਹੈ, ਸੱਜੋ ਪਾਸੇ ਕਿਵੇਂ ਧੜਕੇ? ਤੇ ਫਿਰ ਤਾਇਆ ਦਿਲ ਧੜਕਣ ਬਿਨਾਂ ਤਾਂ ਕੋਈ ਸਰੀਰ ਜਿਉਂਦਾ ਰਹਿ ਸਕਦਾ? ਤਾਇਆ ਮਨਸਾ ਰਾਮ, ਨਹੀਂ, ਦਿਲ ਤਾਂ ਉਹ ਘੜੀ ਹੈ ਟਕ ਟਕ ਹੱਟੀ ਤੇ ਟੱਕੇ ਦੀ, ਮੁੱਲ ਦੀ ਨਹੀਂ। ਤੇ ਤਾਇਆ ਮਨਸਾ ਰਾਮ ਜੋ ਸੀਗਾ ਉਹ ਬਹੁਤ ਜ਼ਿਆਦਾ ਵਹਿਮੀ ਬੰਦਾ ਸੀ, ਜੋ ਹਰ ਛੋਟੀ ਜਿਹੀ ਚੀਜ਼ਾਂ ਨੂੰ ਬਹੁਤ ਵਹਿਮ ਨਾਲ ਦੇਖਦਾ ਪਰਖਦਾ ਸੀ। ਤੇ ਤਾਇਆ ਮਨਸਾ ਰਾਮ ਨੂੰ ਕੁਝ ਦਰਵਾਸ ਆਇਆ ਤਾਂ ਸਹੀ, ਪਰ ਫਿਰ ਵੀ ਕਹਿਣ ਲੱਗਾ, ਮੈਂ ਕਿਹਾ ਇਹਦਾ ਕੋਈ ਪਤਾ ਨਹੀਂ, ਅੱਜ ਨੀ ਧੜਕਣੇ ਹਟੀਆਂ ਤਾਂ ਕੱਲ ਹਟ ਜਾਏ। ਕਿਧਰੇ ਮੈਨੂੰ ਸਰੀਰ ਲੈ ਜਾ ਕੇ ਵੱਡੇ ਡਾਕਟਰਾਂ ਨੂੰ ਵਿਖਾ ਲਿਆਏ ਤਾਂ ਚੰਗਾ ਕਰੇ। ਇਹ ਵਹਿਮੀ ਤਾਏ ਮਨਸਾ ਰਾਮ ਨੂੰ ਜਿਹੜੀ ਬਿਮਾਰੀ ਅਜੇ ਡਾਕਟਰਾਂ ਦੇ ਵਿਚਾਰ ਵਿੱਚ ਵੀ ਨਹੀਂ ਹੁੰਦੀ ਉਹ ਲੱਗ ਜਾਂਦੀ ਹੈ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਮੈਂ ਤਾਇਆ ਮਨਸਾ ਰਾਮ ਨੂੰ ਨਾਲ ਲੈ ਕੇ ਇੱਕ ਝਾੜ ਝਪੜਾ ਕਰਨ ਵਾਲੇ ਕੋਲ ਚਲਿਆ ਗਿਆ। ਮੈਂ ਨਹੀਂ ਸਾ ਚਾਹੁੰਦਾ, ਪਰ ਤਾਇਆ ਖੇੜੇ ਪੈ ਗਿਆ ਤਾਂ ਮੇਰੀ ਵਾਹ ਆ ਗਿਆ। ਉਹਦੇ ਪੁੱਜੇ ਤਾਂ ਮਾਂਦਰੀ ਨੇ ਜੁੜੀ ਹੋਈ ਪੀੜ ਸਾਹਮਣੇ ਤਾਈ ਵੱਲ ਇਸ਼ਾਰਾ ਕਰਕੇ ਕਿਹਾ, ਲਓ ਭਾਈ, ਤੁਸੀਂ ਤਾਂ ਵੇਖਦੇ ਹੋ, ਪਰ ਇਸ ਆਦਮੀ ਦਾ ਸਿਰ ਹੈ ਹੀ ਨਹੀਂ। ਕਿਉਂ ਭਾਈ, ਆਪ ਹੀ ਦੱਸ, ਤੇਰਾ ਸਿਰ ਹੈ ਕਿ ਨਹੀਂ? ਮਨਸਾ ਰਾਮ ਨੇ ਇਹ ਸੁਣ ਕੇ ਆਖੀਆਂ ਮਿੱਟੀਆਂ ਤੇ ਬੋਲੀਆਂ, ਠੀਕ ਹੈ ਮਹਾਰਾਜ, ਮੇਰਾ ਸਿਰ ਹੈ ਨਹੀਂ। ਮੈਨੂੰ ਬੜਾ ਗੁੱਸਾ ਆਇਆ। ਮੈਂ ਕੜਕਿਆ, ਤਾਇਆ, ਜੇ ਤੇਰਾ ਸਿਰ ਨਹੀਂ ਤਾਂ ਪੱਕ ਕਹਾਦੇ ਉੱਪਰ ਬੰਦੀ ਉਹ? ਤੇ ਉਹ ਕਹਿੰਦਾ, ਜਦ ਤਾਇਆ ਤੇਰਾ ਸਿਰ ਹੀ ਨਹੀਂ ਹੈ, ਤੂੰ ਪੱਗ ਕਿੱਥੋਂ ਬੰਦੀ? ਤੇ ਬੜੀ ਮੁਸ਼ਕਲ ਨਾਲ ਉਹਨੂੰ ਸਿਰ ਦੀ ਮੌਜੂਦਗੀ ਦਾ ਵਿਸ਼ਵਾਸ ਦਿਵਾਇਆ। ਪਰ ਪਰਸੋਂ ਤਾਂ ਤਾਇਆ ਮਨਸਾ ਰਾਮ ਨੇ ਹੱਦ ਕਰ ਦਿੱਤੀ। ਮੇਰੇ ਕੋਲ ਨੀਵੇਂ ਲੱਕ ਆਈਆਂ, ਆਖੀਆਂ ਜਿਵੇਂ ਪੁੱਠੀਆਂ ਕੀਤੀਆਂ ਹੋਈਆਂ, ਬੁੱਲ ਸੁੱਕੇ ਹੋਏ, ਬੜੀ ਹੋਈ ਆਵਾਜ਼ ਉਹਦੇ ਮੂੰਹ ਨਿਕਲੀ, ਛੇਤੀ ਕਰੋ, ਮੈਨੂੰ ਕਿਧਰੇ ਲੈ ਚਲੋ। ਮੈਂ ਕਿਹਾ, ਕਿਉਂ ਤਾਇਆ, ਮੁੱਖ ਤਾਂ ਹੈ? ਤਾਏ ਕੀ ਭੜਕਾਈ ਹੋਈ ਆਵਾਜ਼ ਆਈ, ਮੇਰੀ ਜਾਨ ਨੂੰ ਖਤਰਾ ਹੈ। ਅੱਜ ਸ਼ਾਮ ਤੱਕ ਮੈਨੂੰ ਲਾਂਭ ਚਾਮ ਨਾ ਕੀਤਾ ਤਾਂ ਮੈਂ ਸਮਝੋ ਨਹੀਂ। ਤੇ ਉਹ ਕਹਿੰਦਾ ਕਿ ਅਗਰ ਮੇਰਾ ਸ਼ਾਮੀ ਤੱਕ ਮੇਰਾ ਇਲਾਜ ਨਾ ਕੀਤਾ ਤਾਂ ਮੈਂ ਤਾਂ ਸਮਝਾ ਗਿਆ। ਇਹ ਆਖਦਿਆਂ ਤਾਇਆ ਮਨਸਾ ਰਾਮ ਦੀਆਂ ਬੁੱਕਾਂ ਨਿਕਲ ਗਈਆਂ। ਉੜਕ ਗੱਲ ਕੀ ਹੈ? ਤਾਇਆ, ਗੱਲ ਕੀ? ਸਿੰਗਾਰੂ ਹੁਰਾ ਨੇ ਕੱਲ ਦੀ ਮਾਰ ਖੱਡੀ ਬੱਕਰੀ ਮੇਰੇ ਮਗਰ ਲਾਈ ਹੋਈ ਨਹੀਂ ਵੇਖੀ ਤੂੰ? ਉਹਦੇ ਸਿੰਗਾਂ ਨਾਲ ਛੁਰੀਆਂ ਬਨ ਵੱਡੀਆਂ ਨੇ ਮੇਰੇ ਵੈਰੀਆਂ ਨੇ। ਮੈਂ ਬਥੇਰਾ ਮੱਥਾ ਮਾਰਿਆ, ਪਈ ਬੱਕਰੀ ਨੇ ਆਦਮੀ ਨੂੰ ਕੀ ਮਾਰਨਾ? ਪਰ ਤਾਇਆ ਮਨਸਾ ਰਾਮ ਅਜੇ ਤੱਕ ਨਹੀਂ ਮੰਨਿਆ ਕਿ ਮੰਨੇ ਕੀ ਵੀ ਨਹੀਂ। ਹੋਰ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਕੌਣ ਹਟਾਏ? ਤੇ ਜੋ ਤਾਇਆ ਸੀ ਉਹਨੂੰ ਇਹ ਵੀ ਸੀਗਾ ਕਿ ਮੈਨੂੰ ਤਾਂ ਬੱਕਰੀ ਹੀ ਮਾਰਦੀ ਹੈ, ਜਦੋਂ ਮੈਂ ਬਾਹਰ ਜਾਂਦਾ ਤਾਂ ਮੈਨੂੰ ਬੱਕਰੀ ਹੀ ਮਾਰਦੀ ਹੈ। ਪਰ ਉਹਨੂੰ ਕੌਣ ਸਮਝਾਏ ਕਿ ਬੱਕਰੀ ਆਦਮੀਆਂ ਨੂੰ ਨਹੀਂ ਮਾਰਦੀ? ਤੇ ਉਹ ਕਹਿੰਦੇ ਹੈ ਕਿ ਹਰ ਬਿਮਾਰੀ ਦਾ ਇਲਾਜ ਹੈ, ਪਰ ਵਹਿਮ ਦਾ ਨਹੀਂ। ਤਾਂ ਇਹ ਸਾਡਾ ਚੈਪਟਰ ਸੀ ਵਹਿਮੀ ਤਾਇਆ, ਜਿਹਦੇ ਵਿੱਚ ਵਹਿਮੀ ਤਾਇਆ ਜੋ ਹੁੰਦਾ ਹੈ ਉਹਨੂੰ ਹਰ ਚੀਜ਼ ਦਾ ਵਹਿਮ ਹੁੰਦਾ ਹੈ। ਤੇ ਜੋ ਵਹਿਮੀ ਲੋਕ ਹੁੰਦੇ ਹਨ ਉਹ ਬਹੁਤ ਵਹਿਮਾਂ ਭਰਮਾਂ ਵਿੱਚ ਫਸ ਕੇ ਆਪਣੀਆਂ ਮੁਸੀਬਤਾਂ ਨੂੰ ਹੀ ਵਧਾ ਲੈਂਦੇ ਹਨ। ਅਸਲੀਅਤ ਵਿੱਚ ਇਹ ਕੁਝ ਵੀ ਨਹੀਂ ਹਨ। ਤੇ ਇਸ ਪਾਠ ਵਿੱਚ ਸਾਨੂੰ ਇਹ ਸਭ ਤੋਂ ਬੜੀ ਚੀਜ਼ ਸਮਝ ਆਈ ਹੈ ਕਿ ਵਹਿਮੀ ਲੋਕਾਂ ਨੂੰ ਜਿੰਨਾ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰੋ, ਪਰ ਉਹ ਆਪਣੇ ਵਹਿਮਾਂ ਭਰਮਾਂ ਨੂੰ ਛੱਡਣ ਲਈ ਕਦੀ ਵੀ ਰਾਜ਼ੀ ਨਹੀਂ ਹੁੰਦੇ। ਅਕਲਮੰਦ ਬੰਦਾ ਭਾਵੇਂ ਵਹਿਮਾਂ ਨੂੰ ਜਿੰਨੀਆਂ ਮਰਜ਼ੀ ਦਲੀਲਾਂ ਦੇਵੇ, ਪਰ ਉਹ ਟਸ ਤੋਂ ਮਸ ਨਹੀਂ ਹੁੰਦੇ। ਇਸ ਕਰਕੇ ਹੀ ਸਾਨੂੰ ਇਹ ਕਹਿੰਦੇ ਹਨ ਕਿ ਹਰ ਇੱਕ ਚੀਜ਼ ਵਿੱਚ ਵਹਿਮ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਅਕਲ ਅਤੇ ਆਪਣੀ ਸਮਝ ਨਾਲ ਹੀ ਸਾਨੂੰ ਚੱਲਣਾ ਚਾਹੀਦਾ ਹੈ। ਅਤੇ ਹੁਣ ਅਸੀਂ ਇਹ ਚੈਪਟਰ ਪੂਰਾ ਪੜ੍ਹ ਲਿਆ ਹੈ।
ਲਾਈਨ ਵਾਈਜ਼ ਲਾਈਨ ਐਕਸਪਲੇਨੇਸ਼ਨ ਮੈਂ ਕਰ ਦਿੱਤੀ ਹੈ। ਅਤੇ ਆਪ ਜੀ ਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਣੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਜੇਕਰ ਆਪ ਜੀ ਨੂੰ ਇਸ ਚੈਪਟਰ ਦੀ ਸ਼ਾਰਟ ਵੀਡੀਓ ਚਾਹੀਦੀ ਹੈ, ਸ਼ਾਰਟ ਸਮਰਾਈਜੇਸ਼ਨ ਚਾਹੀਏ, ਤਾਂ ਮੈਨੂੰ ਕਮੈਂਟ ਕਰਨਾ ਅਤੇ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਕਿ ਸਾਨੂੰ ਹੋਰ ਵੀ ਵਧੀਆ ਵੀਡੀਓਜ਼ ਬਣਾਉਣ ਲਈ ਪ੍ਰੇਰਨਾ ਮਿਲ ਸਕਣ। ਔਰ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ। ਧੰਨਵਾਦ।